ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਇੱਕ ਵੱਖਰਾ ਹੀ ਆਨੰਦ ਬਣਦਾ ਹੈ। ਅੰਦਰੋਂ ਇੱਕ ਫਖਰ ਆਪਣੇ ਆਪ ਤੇ ਜਾਗਦਾ ਹੈ, ਸ਼ੁਕਰਾਨਾ ਮਹਿਸੂਸ ਹੁੰਦਾ ਹੈ, ਤੇ ਨਾਲ ਇਹ ਅਹਿਸਾਸ ਹੁੰਦਾ ਹੈ ਕਿ ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜੋ ਅੰਦਰ ਹੈ ਉਹਦਾ 5% ਵੀ ਪਤਾ ਨਹੀਂ ਸੀ। ਹੁਣ ਵੀ ਜਿਹੜਾ ਯਤਨ ਕਰ ਰਹੇ ਹਾਂ ਇਹ ਵੀ ਤੁੱਛ ਮਾਤਰ ਜਿਹਾ ਹੀ ਹੈ, ਪਰ ਜਿੰਨੀ ਕੁ ਸਮਝ ਆਉਂਦੀ ਹੈ ਬਹੁਤ ਆਨੰਦ ਬਣ ਰਿਹਾ। ਸ਼ੁਕਰ ਵਾਹਿਗੁਰੂ ਜੀ ਦਾ। ਸੀਸਾਂ ਉਹਨਾਂ ਪਰਿਵਾਰਾਂ ਦੀਆਂ ਜਿਹੜੇ ਬੱਚਿਆਂ ਸਮੇਤ ਬੈਠਦੇ ਨੇ, ਪਰਿਵਾਰ ਸਮੇਤ ਬੈਠਦੇ ਨੇ, ਜਿਨ੍ਹਾਂ ਨੇ ਅਰਥਾਂ ਸਮੇਤ ਸਹਿਜ ਪਾਠ ਕਰਨ ਨੂੰ ਇੱਕ ਨਿਤਨੇਮ ਵਜੋਂ ਜ਼ਿੰਦਗੀ ਵਿੱਚ ਐਕਸੈਪਟ ਕਰ ਲਿਆ ਹੈ। ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 19 ਅੰਕ 19 ਦੇ ਉੱਪਰ ਅੰਕਿਤ ਹੈ। ਇਹ ਸ੍ਰੀ ਰਾਗ ਦਾ 14ਵਾਂ ਸ਼ਬਦ ਹੈ। ਸੁਣੀ ਦੇਹ ਡਰਾਵਣੀ, ਜਾਂ ਜੀਉ ਵਿੱਚੋਂ ਜਾਏ। ਜਦੋਂ ਮੌਤ ਆਉਂਦੀ ਹੈ ਨਾ, ਡੈਡ ਬੋਡੀ ਸਾਹਮਣੇ ਪਈ ਹੁੰਦੀ ਹੈ, ਉਸ ਸੀਨ ਨੂੰ ਗੁਰੂ ਪਾਤਸ਼ਾਹ ਚਿੱਤਰਦੇ ਨੇ। ਆਪਣੇ ਅੰਦਰ ਉਸ ਸੀਨ ਨੂੰ ਚਿੱਤਰ ਕੇ ਆਪਣੀ ਸ਼ਬਦਾਵਲੀ ਰਾਹੀਂ ਪੇਸ਼ ਕਰਕੇ ਸਾਨੂੰ ਜ਼ਿੰਦਗੀ ਦੀ ਵੈਲਿਊ ਸਮਝਾ ਰਹੇ ਨੇ। ਜਦੋਂ ਅੰਦਰੋਂ ਜੋਤ ਨਿਕਲ ਗਈ, ਸਰੀਰ ਸੁੰਨੀ ਦੇਹ ਬਣ ਗਿਆ, ਡਰਾਉਣੀ ਹੈ, ਡਰ ਆਉਂਦਾ ਡੈਡ ਬੋਡੀ ਨੂੰ ਦੇਖ ਕੇ, ਕਿਉਂਕਿ ਅੰਦਰ ਜੀਓ ਵਾਹਿਗੁਰੂ ਜੀ ਦੀ ਜੋਤ ਨਿਕਲ ਗਈ, ਜਾਂ ਜੀਓ ਵਿੱਚੋਂ ਜਾਏ। ਉਹੀ ਅੱਖਾਂ, ਉਹੀ ਕੰਨ, ਉਹੀ ਜ਼ੁਬਾਨ, ਜਿਹੜੇ ਇੰਦਰੇ ਰਸਾਂ ਕਸਾਂ ਚਸਕਿਆਂ ਵਿੱਚ ਉਲਝਦੇ ਸੀ। ਇੱਦਾਂ ਲੱਗਦਾ ਹੈ ਭਾਹ ਬਲੰਦੀ ਬਿਜਵੀ ਧੂ ਨਾ ਨਿਕਸਿਓ ਕਾਏ। ਅੰਦਰ ਇੱਕ ਜੋਤ ਸੀ, ਇੱਕ ਸ਼ਕਤੀ ਸੀ, ਗੁੱਝੀ ਭਾਅ ਸੀ, ਅੰਦਰ ਤ੍ਰਿਸ਼ਨਾ ਦੀ ਅੱਗ ਸੀ। ਇਹਨਾਂ ਅੱਖਾਂ ਦੇ ਅੰਦਰ ਰੰਗ ਤਮਾਸ਼ੇ ਦੇਖਣ ਦੀ ਅੱਗ, ਜ਼ੁਬਾਨ ਦੇ ਅੰਦਰ ਸਵਾਦਾਂ ਰਸਾਂ ਚਸਕਿਆਂ ਦੀ ਇੱਕ ਅੱਗ ਸੀ, ਗੁੱਝੀ ਅੱਗ, ਭਾਹ ਬਲੰਦੀ ਬੁਝ ਗਈ ਹੈ। ਉਹ ਜਿਹੜੇ ਸਵਾਸ ਚੱਲ ਰਹੇ ਸੀ ਨਾ, ਅੰਦਰੋਂ ਭਾਵਨਾਵਾਂ ਚੱਲ ਰਹੀਆਂ ਸੀ, ਵਿਚਾਰ ਚੱਲ ਰਹੇ ਸੀ ਤ੍ਰਿਸ਼ਨਾ ਦੀ ਅੱਗ ਦੀਆਂ, ਉਹ ਧੂਆਂ ਵੀ ਨਿਕਲ ਨੂੰ ਹਟ ਗਿਆ। ਉਹ ਜਿਹੜੇ ਗਿਆਨ ਇੰਦਰੀਆਂ ਰਾਹੀਂ ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਉਹਨਾਂ ਭਾਵਨਾਵਾਂ, ਵਿਚਾਰਾਂ ਦੇ ਕਰਮਾਂ ਦੇ ਵਿੱਚ ਇਹ ਦੇਹ, ਇਹ ਸਰੀਰ, ਜਿਹੜੀ ਡੈਡ ਬੋਡੀ ਪਈ ਹੈ, ਜਿਹੜੀ ਜਿਉਂ ਰਹੀ ਸੀ ਨਾ, ਹੁਣ ਇੱਦਾਂ ਲੱਗਦਾ ਪੰਚੇ ਰੁੰਨੇ ਦੁੱਖ ਭਰੇ, ਬਿਨ ਸੇ ਦੂਜੈ ਭਾਏ। ਵੀ ਇਹ ਜਿਹੜੇ ਗਿਆਨ ਇੰਦਰੀ ਨੇ ਨਾ, ਅੱਖਾਂ ਨੇ, ਕੰਨ ਨੇ, ਜ਼ੁਬਾਨ ਹੈ, ਇਹ ਲੱਗਦਾ ਹੁਣ ਰੋਂਦੇ ਪਏ ਨੇ ਵੀ ਅਸੀਂ ਆ ਦੂਜੇ ਰਸਾਂ ਕਸਾਂ ਦੇ ਵਿੱਚ ਦੂਜੇ ਰਸਤੇ ਤੇ ਜੀਵਨ ਜਿਉਂ ਕੇ
ਅਸੀਂ ਕਿਉਂ ਜ਼ਿੰਦਗੀ ਬਰਬਾਦ ਕਰ ਲਈ? ਲੱਗਦਾ ਹੈ ਰੋ ਰਹੇ ਨੇ। ਇੱਕ ਤਰੀਕਾ ਹੁੰਦਾ ਹੈ, ਇਸ ਨੂੰ ਸਮਝਿਓ। ਕੋਈ ਵੀ ਵਿਦਵਾਨ, ਕਵੀ, ਲੇਖਕ ਕਿਸੇ ਵਰਤਾਰੇ ਨੂੰ ਦੇਖਦਾ ਹੈ ਨਾ, ਉਹ ਆਪਣੇ ਅੰਦਰ ਉਸ ਵਰਤਾਰੇ ਨੂੰ ਚਿਤਰਦਾ ਹੈ। ਆਪਣੇ ਅੰਦਰ ਇੱਕ ਸੀਨ ਬਣਾਉਂਦਾ ਹੈ। ਉਸ ਸੀਨ ਵਿੱਚੋਂ ਜੋ ਸਮਝ ਆਉਂਦੀ ਹੈ, ਉਹਨੂੰ ਆਪਣੀ ਸ਼ਬਦਾਵਲੀ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁਰੂ ਸਾਹਿਬਾਨ ਜਦੋਂ ਦੁਨਿਆਵੀ ਵਰਤਾਰਿਆਂ ਨੂੰ ਦੇਖਦੇ ਸਨ, ਉਹਨੂੰ ਅੰਦਰ ਚਿਤਰਦੇ ਸਨ ਤੇ ਪੇਸ਼ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਡੈਡ ਬੋਡੀ ਨੂੰ, ਉਸ ਸੀਨ ਨੂੰ ਚਿਤਰ ਕੇ ਸਾਡੇ ਸਾਹਮਣੇ ਰੱਖਦੇ ਨੇ। ਸਾਨੂੰ ਸੋਝੀ ਦੇ ਰਹੇ ਨੇ ਕਿ ਜ਼ਿੰਦਗੀ ਦੀ ਵੈਲਿਊ ਸਮਝੋ ਪਿਆਰਿਓ। ਮੂੜੇ ਰਾਮ ਜਪਹੁ ਗੁਣਸਾਰ। ਰੱਬ ਨੂੰ ਜਪਣਾ ਕੀ ਹੈ? ਗੁਣਾਂ ਦੀ ਸੰਭਾਲ ਕਰ, ਗੁਣਾਂ ਵਾਲਾ ਜੀਵਨ ਜਿਉ, ਗੁਣਾਂ ਨਾਲ ਪਰਉਪਕਾਰ ਕਰ ਤੇ ਮਨ ਵਿੱਚ ਅਹਿਸਾਸ ਕਰ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਵਾਹਿਗੁਰੂ ਜੀ ਦੇ ਨੇ। ਗੁਣਾਂ ਨੂੰ ਵਰਤਦਿਆਂ ਜਿਹੜੀਆਂ ਪ੍ਰਾਪਤੀਆਂ ਹੋ ਰਹੀਆਂ ਨੇ, ਇਹ ਵਾਹਿਗੁਰੂ ਜੀ ਦੀਆਂ ਦਾਤਾਂ ਨੇ। ਸ਼ੁਕਰਾਨੇ ਦੇ ਰਸ ਵਿੱਚ ਜਿਉਂ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਅੰਦਰ ਬਣਾ ਕੇ ਰੱਖ। ਉਹਦੀ ਭੈ ਭਾਵਨੀ ਪੈਦਾ ਕਰ ਲੈ। ਜੋ ਦਿੰਦਾ ਹੈ ਉਹ ਲੈ ਵੀ ਸਕਦਾ। ਹੰਕਾਰ ਨਾ ਕਰ, ਮੈਂ ਇੰਨੀ ਮਿਹਨਤ ਕੀਤੀ, ਮੈਂ ਆਹ ਬਣਾਇਆ। ਇੱਕ ਸੈਕਿੰਡ ਵਿੱਚ ਗਵਾਚ ਸਕਦਾ ਹੈ। ਰੱਬ ਦਾ ਭੈ ਅੰਦਰ ਪੈਦਾ ਕਰ। ਰੱਬ ਦੇ ਪਿਆਰ ਰਸ ਵਿੱਚ ਜਿਉਣਾ, ਰੱਬ ਦੇ ਸ਼ੁਕਰਾਨੇ ਵਿੱਚ ਜਿਉਣਾ, ਰੱਬ ਦੀ ਭੈ ਭਾਵਨੀ ਵਿੱਚ ਜਿਉਣਾ, ਰੱਬ ਦੇ ਗੁਣਾਂ ਨੂੰ ਪ੍ਰੈਕਟੀਕਲ ਰੂਪ ਵਿੱਚ ਵਰਤ ਕੇ ਪਰਉਪਕਾਰ ਲਈ ਜਿਉਣਾ। ਇਹਨੂੰ ਕਹਿੰਦੇ ਨੇ ਰਾਮ ਜਪਣਾ। ਗੁਰਮਤਿ ਦਾ ਜਪ ਆ ਹੈ। ਇਹ ਸਿੱਖਣਾ ਹੈ ਗੁਰਬਾਣੀ ਤੋਂ। ਤੇ ਗੁਰਬਾਣੀ ਅੰਦਰੋਂ ਜਦੋਂ ਸਿੱਖਣਾ ਹੈ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਝਾਤੀ ਮਾਰਨੀ ਹੈ। ਮੈਂ ਬੇਨਤੀ ਕਰਾਂ, ਪ੍ਰਚਾਰ ਦੇ ਅੰਦਰ ਇੱਕ ਘਾਟ ਰਹੀ, ਜਾਂ ਇੱਦਾਂ ਕਹਿ ਲਓ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦੇ ਲਈ ਤੇ ਬਹੁਤ ਯਤਨ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੀ ਹੈ, ਇਹ ਬਚਪਨ ਤੋਂ ਹੀ ਬੱਚੇ ਨੂੰ ਸਮਝਾਉਣੇ ਸ਼ੁਰੂ ਕਰਨੇ ਸੀ। ਟੀਨ ਏਜ ਤੋਂ ਹੀ ਬੱਚਿਆਂ ਦੇ ਅੰਦਰ ਇਹ ਖਜ਼ਾਨਾ ਵੰਡਣਾ ਸੀ। ਜਵਾਨੀ ਤੱਕ ਨੌਜਵਾਨ ਦੇ ਅੰਦਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰਲਾ ਖਜ਼ਾਨਾ ਉਹਦੀ ਮੱਤ ਦੇ ਵਿੱਚ ਸੋਚ ਵਿਚਾਰ ਬਣ ਕੇ ਝਲਕਾਂ ਮਾਰਦਾ ਹੋਣਾ ਚਾਹੀਦਾ ਸੀ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰਲਾ ਖਜ਼ਾਨਾ ਲੋਕਾਂ ਤੱਕ ਨਾ ਪਹੁੰਚਣ ਕਰਕੇ ਅਸੀਂ ਗਿਆਨ ਰੂਪੀ ਨਾਮ ਤੋਂ ਵਾਂਝੇ ਰਹਿ ਗਏ। ਇਹ ਗਿਆਨ ਰੂਪੀ ਨਾਮ ਜਪਣ ਦੀ ਪ੍ਰਵਿਰਤੀ ਸਾਡੇ ਵਰਤੋਂ ਵਿਵਹਾਰ ਵਿੱਚ ਅੱਜ ਆਈ ਨਾ। ਸਾਡੇ ਵਰਤੋਂ ਵਿਵਹਾਰ ਦੇ ਵਿੱਚ ਨਿੰਦਾ ਚੁਗਲੀ ਦਾ ਦੌਰ ਜ਼ਿਆਦਾ ਹੈ। ਸਾਡੇ ਵਰਤੋਂ ਵਿਵਹਾਰ ਵਿੱਚ ਇੱਕ ਦੂਸਰੇ ਤੋਂ ਜੈਲਸ ਹੋਣਾ, ਇੱਕ ਦੂਸਰੇ ਨਾਲ ਨਫ਼ਰਤ ਕਰਨੀ ਲੱਭਾ ਲੱਭ ਭਰੀ ਪਈ ਹੈ। ਨਫ਼ਰਤ, ਜੈਲਸ, ਹੰਕਾਰ, ਇਹਨੇ ਸਮਾਜਿਕ ਰਿਸ਼ਤੇ ਤਾਰੋ ਪੀੜ ਕਰ ਦਿੱਤੇ ਨੇ, ਤਾਰ ਕਰ ਦਿੱਤੇ। ਸ਼ਰੀਕੇ ਦੇ ਵਿੱਚ, ਰਿਸ਼ਤਿਆਂ ਦੇ ਵਿੱਚ, ਸਮਾਜ ਦੇ ਵਿੱਚ ਆਪਸੀ ਪਿਆਰ ਦਿਨ ਬ ਦਿਨ ਘਟਦਾ ਜਾ ਰਿਹਾ ਹੈ। ਕਿਸੇ ਬਜ਼ੁਰਗ ਨੂੰ ਪੁੱਛੋ, ਅੱਜ ਤੋਂ 40 ਸਾਲ ਪਹਿਲਾਂ ਜੋ ਪਿਆਰ ਹੁੰਦਾ ਸੀ ਅੱਜ ਹੈ? ਸਿਰ ਹਿਲਾਏਗਾ, ਨਹੀਂ, ਉੱਡ ਪੁੱਡ ਗਿਆ। ਜਿੰਨੀ ਅੱਜ ਮਨਾਂ ਦੀ ਖਾਰ ਹੈ ਇੱਕ ਦੂਸਰੇ ਪ੍ਰਤੀ, ਜਿਤਨੀਆਂ ਅੱਜ ਇੱਕ ਦੂਸਰੇ ਪ੍ਰਤੀ ਬੇਵਿਸ਼ਵਾਸੀਆਂ ਨੇ, ਸ਼ੰਕੇ ਨੇ, ਕਿ ਪੁਰਾਤਨ ਸਮਿਆਂ 'ਚ ਸੀ? ਕਹਿਣਗੇ ਬਿਲਕੁਲ ਨਹੀਂ ਸੀ। ਇਹਦਾ ਮਤਲਬ ਪਿਆਰ ਘਟਦਾ ਗਿਆ, ਮਨਾਂ ਦੀ ਖਾਰ ਵੱਧਦੀ ਗਈ। ਇੱਕ ਦੂਸਰੇ ਦੀ ਹੈਲਪ ਕਰਨ ਦੀ ਬਜਾਏ ਆਪਣਿਆਂ ਦੇ ਗਿੱਟੇ ਖਿੱਚੇ ਗਏ। ਅੱਜ ਇੱਕ ਸ਼ਲੋਗਨ ਹਰ ਇੱਕ ਦੇ ਮਨ ਨੂੰ ਚੋਟਾਂ ਮਾਰ ਰਿਹਾ, ਸਿੱਖ ਕੌਮ ਕਦੀ ਨਾ ਹਾਰੇ, ਜੇ ਸਿੱਖ ਸਿੱਖ ਨੂੰ ਨਾ ਮਾਰੇ। ਕਿਉਂ ਹੈ? ਗਿਆਨ ਰੂਪੀ ਨਾਮ ਨੂੰ ਸਮਝਿਆ ਨਹੀਂ। ਗੁਰਬਾਣੀ ਦੀਆਂ ਸਿੱਖਿਆਵਾਂ ਘਰ ਘਰ ਤੱਕ ਜਾਣ, ਪਤਾ ਲੱਗੇਗਾ ਗੁਰਮਤਿ ਦਾ ਜਪ ਕੀ ਹੈ। ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰੈਕਟੀਕਲ ਜੀਵਨ ਜਿਉਣਾ, ਇਦੋਂ ਵੱਡੀ ਭਗਤੀ ਕੋਈ ਨਹੀਂ ਆਖੋ। ਉਹਦੇ ਲਈ ਮੂੜੇ ਰਾਮ ਜਪੋ ਗੁਣਸਾਰ। ਗੁਣਾਂ ਨੂੰ ਸੰਭਾਲ ਹਿਰਦੇ ਵਿੱਚ, ਜੀਵਨ ਵਿੱਚ ਗੁਣ ਨਾ ਗਵਾਚ ਜਾਣ।
ਕਮਾਇਆ ਪੈਸਾ ਗਵਾਚ ਗਿਆ, ਕੋਈ ਗੱਲ ਨਹੀਂ, ਫਿਰ ਆ ਜਾਏਗਾ। ਦੁਨੀਆ ਨੇ ਧੱਕਾ ਕੀਤਾ, ਧੋਖਾ ਕੀਤਾ, ਤੇਰਾ ਸਤਿਕਾਰ ਗਵਾਉਣ ਦੀ ਕੋਸ਼ਿਸ਼ ਕੀਤੀ ਔਰ ਸਤਿਕਾਰ ਗਵਾ ਦਿੱਤਾ, ਕੋਈ ਗੱਲ ਨਹੀਂ, ਫਿਰ ਆ ਜਾਏਗਾ। ਗੁਣ ਨਹੀਂ ਗਵਾਚਣੇ ਚਾਹੀਦੇ। ਜਦੋਂ ਗੁਣ ਗਵਾਚ ਜਾਂਦੇ ਨੇ ਨਾ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ, ਅੰਦਰ ਹੰਕਾਰ ਆ ਜਾਂਦਾ। ਮਨੁੱਖ ਨੂੰ ਲੱਗਦਾ ਹੈ, ਮੇਰਾ ਸੁਭਾਅ ਪਰਫੈਕਟ ਹੈ, ਹਰ ਇੱਕ ਵਿੱਚੋਂ ਕਮਜ਼ੋਰੀਆਂ ਦੇਖਦਾ ਹੈ। ਮੇਰੀ ਸੋਚ ਪਰਫੈਕਟ ਹੈ, ਹਰ ਵਿੱਚੋਂ ਘਾਟਾਂ ਦੇਖਦਾ ਹੈ। ਅੰਦਰੋਂ ਠੱਗਿਆ ਗਿਆ। ਇਸ ਨਾਲ ਮਮਤਾ ਪਾ ਬੈਠਾ। ਇਹ ਮਨ ਨੂੰ ਮੋਹਣ ਵਾਲੀ ਹੈ ਹਉਮੈ। ਆਪਣੇ ਆਪ ਨੂੰ ਇਤਨਾ ਸਿਆਣਾ ਮੰਨ ਬੈਠਾ, ਇਤਨਾ ਸਿਆਣਾ ਮੰਨ ਬੈਠਾ, ਜਦ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦਾ 2% ਵੀ ਭੇਦ ਨਹੀਂ, 2% ਵੀ ਗਿਆਨ ਨਹੀਂ। ਹਰ ਗੁਰਸਿੱਖ ਦੇ ਵਿੱਚੋਂ ਘਾਟਾਂ ਦੇਖਣੀਆਂ, ਹਰ ਚੰਗੇ ਕੰਮਾਂ ਦੇ ਉੱਪਰ ਸ਼ੱਕ ਕਰਨਾ, ਹਰ ਚੰਗੇ ਕੰਮਾਂ ਦਾ ਵਿਰੋਧ ਕਰਨਾ, ਪਰ ਗੁਰੂ ਦੇ ਵਿਰਸੇ ਦਾ ਗਿਆਨ 5% ਵੀ ਨਹੀਂ। ਮਿਸਲਾਂ ਵੇਲੇ ਕੀ ਹੋਇਆ ਸੀ, ਕੁਝ ਨਹੀਂ ਪਤਾ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਕਿਸ ਤਰ੍ਹਾਂ ਦੇ ਕੌਤਕ ਸਨ, ਕੁਝ ਨਹੀਂ ਪਤਾ। ਗੁਰੂ ਸਾਹਿਬ ਨੇ ਕਿਸ ਕਿਸ ਤਰੀਕੇ ਨਾਲ ਵਰਤਾਰੇ ਵਰਤਾਏ ਸੀ, ਕੁਝ ਨਹੀਂ ਪਤਾ। ਖਿਮਾ ਕਰਨੀ, ਅੱਜ ਤੇ ਡਰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਜੇ 10 ਗੁਰੂ ਸਾਹਿਬਾਨਾਂ ਦੇ ਨਾਮ ਪੁੱਛੇ ਜਾਣ, ਸ਼ਾਇਦ ਕੁਝ ਵਿਚਾਰੇ ਉਹ ਨੇ ਜਿਨ੍ਹਾਂ ਨੂੰ 10 ਗੁਰੂਆਂ ਦੇ ਨਾਮ ਵੀ ਨਹੀਂ ਪਤਾ। ਕਸੂਰ ਉਹਨਾਂ ਦਾ ਨਹੀਂ, ਉਹਨਾਂ ਨੂੰ ਦੱਸਿਆ ਨਹੀਂ ਗਿਆ। ਤੁਸੀਂ ਜਿਤਨੇ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਨਾਲ ਜੁੜੇ ਹੋ ਪਿਆਰਿਓ, ਘਰ ਘਰ ਤੱਕ ਗੁਰੂ ਵਿਰਸੇ ਨੂੰ ਵੰਡੋ, ਹਰ ਇੱਕ ਨੂੰ ਪ੍ਰੇਰਿਤ ਕਰੋ। ਜੇ ਅਸੀਂ ਅੱਧਾ ਕੁ ਘੰਟਾ ਵੀ ਗੁਰਬਾਣੀ ਦੇ ਅਰਥ ਸਮਝਣ ਤੇ ਲਾਵਾਂਗੇ ਨਾ, ਕਰਦੇ ਹਾਂ ਕਹਿੰਦੇ ਨੇ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਏ। ਸਮਝ ਪਵੇਗੀ। ਐਵੇਂ ਆਪਣੇ ਆਪ ਨੂੰ ਇੰਨਾ ਸਿਆਣਾ ਮੰਨੀ ਬੈਠਾ ਸੀ, ਵਿਰਸੇ ਦਾ ਗਿਆਨ ਹੀ ਨਹੀਂ। ਇੰਨਾ ਸਿਆਣਾ ਮੰਨੀ ਬੈਠਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਅੰਦਰ ਤੇ ਝਾਤੀ ਮਾਰ ਕੇ ਹਲੇ 2% ਵੀ ਗਿਆਨ ਪ੍ਰਾਪਤ ਨਹੀਂ ਕੀਤਾ। ਐਵੇਂ ਆਪਣੇ ਆਪ ਨੂੰ ਸਿਆਣਾ ਮੰਨ ਕੇ ਵੈਰ ਵਿਰੋਧ ਵਿੱਚ ਫਸਿਆ ਹੋਇਆ, ਹੁਕਮਨਾਮਾ ਸੁਣ ਕੇ ਤੇ ਪੂਰੇ ਅਰਥ ਨਹੀਂ ਸਮਝ ਲੱਗਦੇ। ਇਹ ਜਿਹੜਾ ਆਪਣੇ ਹੰਕਾਰ ਨਾਲ ਇਤਨੀ ਮਮਤਾ ਪਾਈ ਬੈਠਾ ਨਾ, ਇਹਦੇ ਨਾਲ ਮੱਤ ਠੱਗੀ ਜਾਂਦੀ ਹੈ। ਸਭ ਮੁੱਠੀ ਅਹੰਕਾਰ, ਇਹ ਰਹਾਉ ਪਦਾ ਹੈ। ਜਿਨੀ ਨਾਮ ਵਿਸਾਰਿਆ ਦੂਜੀ ਕਰ ਅਲੱਗ, ਦੁਨੀਆ ਦੇ ਲਾਲਚ ਲਈ, ਲੋਭ ਲਈ, ਦੁਨੀਆ ਦੇ ਰਸਾਂ ਕਸਾਂ ਲਈ, ਦੁਨੀਆ ਦੀਆਂ ਪ੍ਰਾਪਤੀਆਂ ਲਈ ਗਿਆਨ ਰੂਪੀ ਨਾਮ ਨੂੰ ਭੁਲਾ ਗਿਆ। ਮੈਂ ਗੁਰੂ ਦੀ ਗੱਲ ਮੰਨ ਕੇ ਬਿਜ਼ਨਸ ਕਰਨਾ ਹੈ, ਪੈਸਾ ਕਮਾਉਣਾ ਹੈ, ਗੁਰੂ ਦੀ ਸਿੱਖਿਆ ਮੰਨ ਕੇ ਗਲਤ ਢੰਗ ਨਾਲ, ਗਲਤ ਤਰੀਕੇ ਨਾਲ ਪੈਸਾ ਕਮਾਉਣਾ। ਇੱਥੋਂ ਤੱਕ ਪਰਮਿਟ ਵੇਚਣੇ, LMIਆਂ ਵੇਚ ਦੇਣੀਆਂ, ਹੱਦ ਹੋ ਗਈ। ਕਿਸੇ ਸਿੱਖ ਸਟੂਡੈਂਟ ਤੋਂ, ਇੱਥੋਂ ਤੱਕ ਕਿ ਲੜਕੀਆਂ ਤੋਂ ਕੰਮ ਕਰਵਾ ਕੇ ਉਹਨਾਂ ਨੂੰ $2 ਘੱਟ ਦੇਣੇ, ਇਹ ਮਲਕ ਭਾਗੋਂ ਵਾਂਗੂ ਖੂਨ ਚੂਸ ਲੈਣਾ। ਇਹਦਾ ਮਤਲਬ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਨਹੀਂ ਸੁਣਿਆ, ਨਹੀਂ ਸਮਝਿਆ, ਨਹੀਂ ਮੰਨਿਆ। ਜਿਨੀ ਨਾਮ ਵਿਸਾਰਿਆ, ਗਿਆਨ ਰੂਪੀ ਨਾਮ ਨੂੰ ਭੁਲਾ ਦਿੱਤਾ। ਦੂਜੀ ਕਾਰ ਅਲੱਗ, ਤੇਰੀ ਸੋਚ ਦੂਸਰੇ ਪਾਸੇ ਲੱਗ ਗਈ ਹੈ, ਤੇਰਾ ਸੁਭਾਅ ਦੂਸਰੇ ਪਾਸੇ ਨੂੰ ਪਲਟ ਗਿਆ। ਤੂੰ ਗੁਰੂ ਦੀ ਖੁਸ਼ੀ ਵੀ ਪ੍ਰਾਪਤ ਕਰਨੀ ਚਾਹੁੰਦਾ ਹੈ ਤੇ ਲੋਭ ਲਾਲਚ ਨਾਲ ਦੁਨੀਆ ਤੇ ਪੈਸਾ ਵੀ ਕਮਾਉਣਾ ਚਾਹੁੰਦਾ ਹੈ। ਤੂੰ ਗੁਰੂ ਦੀ ਬਖਸ਼ਿਸ਼ ਵੀ ਲੈਣੀ ਚਾਹੁੰਦਾ ਹੈ ਤੇ ਨਫ਼ਰਤ ਕਰਕੇ, ਆਪਣਿਆਂ ਨਾਲ ਨਫ਼ਰਤ ਕਰਕੇ, ਨਿੰਦਾ ਚੁਗਲੀ ਕਰਕੇ, ਚੰਗੇ ਕੰਮਾਂ ਦੇ ਵਿੱਚ ਰੁਕਾਵਟਾਂ ਵੀ ਖੜੀਆਂ ਕਰਨਾ ਚਾਹੁੰਦਾ ਹੈ। ਇਹ ਦੁਬਿਧਾ ਜਿਹੜੀ ਹੈ ਨਾ, ਦੁਬਿਧਾ ਲਾਗੇ ਪਚ ਮੂਏ ਅੰਤਰ ਤ੍ਰਿਸ਼ਨਾ ਅੱਗ, ਇਹ ਜਿਹੜੀ ਅੰਦਰਲੀ ਤ੍ਰਿਸ਼ਨਾ ਦੀ ਅੱਗ ਹੈ ਨਾ, ਲੋਭ ਲਾਲਚ ਦੀ ਅੱਗ ਹੈ। ਐਸੀ ਦੁਬਿਧਾ ਦੇ ਵਿੱਚ ਪਤਾ ਨਹੀਂ ਕਿਤਨੇ ਜੀਵਨ ਪਚ ਮੂਏ, ਸੜ ਗਏ, ਖੱਜਲ ਖੁਆਰ ਹੋ ਗਏ। ਗੁਰ ਰਾਖੇ ਸੇ ਉਬਰੇ, ਔਰ ਮੁੱਠੀ ਧੰਦਾ ਠੱਗ। ਜਿਹੜੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਗਿਆਨ ਰੂਪੀ ਨਾਮ ਨੂੰ ਉਹਨਾਂ ਪ੍ਰਾਪਤ ਕੀਤਾ ਔਰ ਸਿੱਖਿਆਵਾਂ ਨੂੰ ਸਮਝਿਆ, ਜਿਨ੍ਹਾਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਇਆ, ਉਹ ਗੁਰੂ ਨੇ ਰੱਖ ਲਿਆ। ਆਖੋ ਵਾਹਿਗੁਰੂ, ਉਬਰੇ ਬਚ ਗਏ ਉਹ। ਬਾਕੀ ਤੇ ਮੱਤ ਅੰਦਰੋਂ ਠੱਗੀ ਗਈ।
ਔਰ ਮੁੱਠੀ ਧੰਦਾ ਹੈ ਠੱਗ। ਬਾਕੀ ਸੋਚ ਤੇ ਠੱਗੀ ਗਈ, ਸੋਚ ਬਚੀ ਉਹ ਜਿਹੜੀ ਗੁਰਬਾਣੀ ਦੇ ਗਿਆਨ ਰੂਪੀ ਨਾਮ ਅਨੁਸਾਰ ਪ੍ਰੈਕਟੀਕਲ ਜਿਉਣ ਲੱਗ ਪਈ। ਫਿਰ ਮੇਰੇ ਵਾਹਿਗੁਰੂ ਜੀ ਨੇ ਇੱਕ ਖੇਲ ਵਰਤਾਇਆ, ਮੋਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ। ਦੁਨਿਆਵੀ ਲੋਭ ਲਾਲਚ ਦੀ ਪ੍ਰੀਤ, ਅੰਦਰੋਂ ਇਹ ਪਿਆਰ ਖਤਮ ਹੋ ਗਿਆ। ਕੋਈ ਗੱਲ ਨਹੀਂ, ਘੱਟ ਖਾ ਲਾਂਗੇ, ਘੱਟ ਪਹਿਨ ਲਵਾਂਗੇ, ਗਰੀਬੀ ਹੰਢਾ ਲਵਾਂਗੇ, ਗੁਰੂ ਦਾ ਮਿਸ਼ਨ ਨਹੀਂ ਛੱਡਣਾ। ਪੁਰਾਤਨ ਬਜ਼ੁਰਗ ਖੇਤਾਂ ਵਿੱਚ ਖੇਤੀ ਕਰਦੇ, ਉੱਚੀ ਉੱਚੀ ਗਾਉਂਦੇ, ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਇਹ ਨੌਜਵਾਨ ਵੀਰੋ, ਇਹ ਨੌਜਵਾਨ ਭੈਣੋ, ਫੈਸ਼ਨ ਵਿੱਚ ਆ ਕੇ, ਦੁਨੀਆ ਦੇ ਰਸਾਂ ਕਸਾਂ ਸਵਾਦਾਂ ਵਿੱਚ ਆ ਕੇ ਗੁਰੂ ਦੇ ਸਿੱਖੀ ਸਰੂਪ ਨੂੰ ਗਵਾ ਲੈਣਾ, ਇਹਦਾ ਮਤਲਬ ਗੁਰੂ ਕਲਗੀਧਰ ਸਾਹਿਬ ਜੀ ਦਾ ਪਿਆਰ ਤੁਹਾਡੇ ਅੰਦਰੋਂ ਖਤਮ ਹੋ ਗਿਆ। ਗੁਰੂ ਦੇ ਗਿਆਨ ਰੂਪੀ ਨਾਮ ਨੂੰ ਸਮਝੋ, ਅੰਦਰੋਂ ਭੁੱਬਾਂ ਨਿਕਲਣਗੀਆਂ। ਸਿੱਖੀ ਸਰੂਪ ਮੇਰੇ ਗੁਰੂ ਦਾ ਇੰਨੀਆਂ ਕੁਰਬਾਨੀਆਂ ਦੇ ਨਾਲ ਸਾਡੇ ਤੱਕ ਪਹੁੰਚਾਇਆ ਮੇਰੇ ਗੁਰੂ ਸਾਹਿਬ ਨੇ। ਕਿੰਨੀਆਂ ਸ਼ਹਾਦਤਾਂ ਹੋਈਆਂ ਇਸ ਸਿੱਖੀ ਸਰੂਪ ਲਈ, ਸਿੱਖੀ ਸੋਚ ਲਈ, ਗੁਰਬਾਣੀ ਦੇ ਖਜ਼ਾਨੇ ਲਈ। ਅੰਦਰੋਂ ਭੁੱਬਾਂ ਨਿਕਲਣਗੀਆਂ। ਇਹ ਛੋਟੇ ਜਿਹੇ ਫੈਸ਼ਨ ਵਿੱਚ ਆ ਕੇ ਸਿੱਖੀ ਸਰੂਪ ਗਵਾ ਲਿਆ। ਜਦੋਂ ਗਿਆਨ ਰੂਪੀ ਨਾਮ ਪ੍ਰਾਪਤ ਕਰਾਂਗੇ ਨਾ, ਗੁਰੂ ਦੇ ਉਪਦੇਸ਼ ਸਮਝਾਂਗੇ, ਫਿਰ ਇਹ ਜਿਹੜਾ ਦੂਸਰਾ ਪਿਆਰ ਹੈ ਨਾ, ਇੱਧਰ ਉੱਧਰ ਦਾ ਪਿਆਰ ਅੰਦਰੋਂ ਖਤਮ ਹੋ ਜਾਏਗਾ। ਮੂਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ। ਇਹ ਵੈਰ ਵਿਰੋਧ ਵਿੱਚ ਅਸੀਂ ਗੁਰੂ ਦੇ ਸਿੱਖ ਹਾਂ। ਭਰਾ ਮਾਰੂ ਜੰਗ ਦੇ ਉੱਪਰ ਕੌਮ ਖੜੀ ਹੋ ਜਾਣੀ, ਧੜੇ ਬੰਦੀਆਂ ਵਿੱਚ ਜਿਉਣਾ, ਇਹ ਗੁਰਸਿੱਖੀ ਹੈ। ਗਿਆਨ ਰੂਪੀ ਨਾਮ ਨੂੰ ਘਰ ਘਰ ਤੱਕ ਨਹੀਂ ਪਹੁੰਚਾਇਆ, ਜਿਸ ਕਰਕੇ ਅੱਜ ਵੈਰ ਵਿਰੋਧ, ਨਿੰਦਾ, ਚੁਗਲੀ ਇਹ ਸਭ ਕੁਝ ਵਾਪਰ ਰਿਹਾ। ਗਿਆਨ ਰੂਪੀ ਨਾਮ ਨੇ ਇਸ ਸੁਭਾਅ ਵਿੱਚੋਂ ਖਤਮ ਕਰ ਦੇਣਾ। ਧੰਦਾ ਥੱਕਾ ਹੋਂ ਮੋਈ, ਮਾਇਆ ਮਮਤਾ ਵਾਹਿਗੁਰੂ। ਧੰਦਾ ਥੱਕਾ ਹੋਂ ਮੋਈ, ਮਮਤਾ ਮਾਇਆ ਕ੍ਰੋਧ। ਇਹ ਜਿਹੜੀ ਮੱਤ ਇਸ ਤਰ੍ਹਾਂ ਦੀ ਨਫ਼ਰਤ, ਨਿੰਦਾ, ਚੁਗਲੀ ਦਾ ਧੰਦਾ ਕਰਦੀ ਸੀ ਨਾ, ਗਿਆਨ ਰੂਪੀ ਨਾਮ ਨੇ ਖਤਮ ਕਰ। ਅੰਦਰੋਂ ਲੋਭ, ਲਾਲਚ, ਕ੍ਰੋਧ ਆਦਿਕ ਦੇ ਨਾਲ ਜਿਹੜੀ ਮਮਤਾ ਬਣੀ ਸੀ, ਇਹ ਫਿਰ ਅੰਦਰੋਂ ਖਤਮ ਹੋ ਜਾਂਦੀ ਜਿਉਂ-ਜਿਉਂ ਸਿੱਖਿਆਵਾਂ ਨੂੰ ਮੰਨ। ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ। ਬਖਸ਼ਿਸ਼ ਮਿਲਦੀ ਹੈ, ਸੱਚ ਦਾ ਰਸ ਮਿਲਦਾ ਹੈ। ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਤੁਰ ਕੇ ਨਿਰੋਧ, ਉਸ ਪਾਸੇ ਜਾਣ ਤੋਂ ਮਨ ਨੂੰ ਰੋਕ ਮਿਲ ਜਾਂਦੀ ਹੈ। ਗਿਆਨ ਕਾ ਬੱਧਾ ਮਨ ਰਹਿ, ਗੁਰਬਿਨ ਗਿਆਨ ਨਾ ਹੋਏ। ਗਿਆਨ ਰੂਪੀ ਨਾਮ ਦੀ ਗੱਲ ਬਹੁਤ ਘੱਟ ਕੀਤੀ ਗਈ। ਧਿਆਨ ਰੂਪੀ ਨਾਮ ਵਾਸਤੇ ਤਾਂ ਮੈਥੇਮੈਟਿਕਸ ਦਾ ਇੱਕੋ ਹੀ ਏਕਾ ਹੀ ਬਹੁਤ ਸੀ। ਸਾਰੀ ਗੁਰਬਾਣੀ ਅੰਦਰ ਸ਼ੁਰੂ ਵਿੱਚ ਏਕਾ। ਅੰਕ ਵੀ ਮੈਥੇਮੈਟਿਕਸ ਵਿੱਚੋਂ ਲਿਆ ਤਾਂ ਕਿ ਅੱਖਰ ਵੀ ਦੋ ਨਾ ਬਣਨ। ਗੁਰਮੁਖੀ ਵਿੱਚ ਲਿਖਦੇ ਤਾਂ ਦੋ ਅੱਖਰ ਬਣ ਜਾਣੇ ਸੀ, ਦੋ ਮਾਤਰਾਵਾਂ ਬਣ ਜਾਣੀਆਂ ਸੀ, ਇੱਕ ਸਿਹਾਰੀ, ਇੱਕ ਅਦਕ। ਮੈਥੇਮੈਟਿਕਸ ਦਾ ਏਕਾ ਲਿਆ, ਧਿਆਨ ਰੂਪੀ ਨਾਮ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਵਿੱਚ ਜਿਉਣਾ, ਸਿਮਰਨ। ਵਾਹਿਗੁਰੂ ਜੀ ਦੇ ਭੈ ਵਿੱਚ ਫੈਸਲੇ ਲੈਣੇ, ਵਾਹਿਗੁਰੂ ਜੀ ਨੂੰ ਸਾਹਮਣੇ ਰੱਖ ਕੇ, ਧਿਆਨ ਵਿੱਚ ਰੱਖ ਕੇ ਧਿਆਉਣਾ। ਰੱਬੀ ਗੁਣਾਂ ਨੂੰ, ਰੱਬੀ ਉਪਦੇਸ਼ ਨੂੰ ਜਿਉਣਾ, ਜ਼ਿੰਦਗੀ 'ਚ ਜਪਣਾ। ਤੇ ਗਿਆਨ ਰੂਪੀ ਨਾਮ ਦੇ ਨਾਲ ਬਾਕੀ ਸਾਰੀ ਗੁਰਬਾਣੀ ਲੱਭਾ ਲੱਭ ਭਰੀ ਪਈ ਹੈ। ਗਿਆਨ ਰੂਪੀ ਨਾਮ ਨੇ ਮਨ ਨੂੰ ਦੂਸਰੇ ਪਾਸੇ ਤੋਂ ਰੋਕਣਾ ਹੈ, ਨਿਰੋਧ। ਸੱਚੀ ਕਾਰੈ ਸੱਚ ਮਿਲੈ, ਗੁਰਮਤਿ ਪੱਲੇ ਪਾਏ। ਫਿਰ ਮਨ ਸੱਚੀ ਕਾਰ ਕਰੇਗਾ, ਸੱਚ ਦੇ ਰਸ ਵਿੱਚ। ਗੁਰੂ ਬਾਬੇ ਦੇ ਮਿਸ਼ਨ ਤੇ, ਪਰਉਪਕਾਰੀ ਮਿਸ਼ਨ ਦੀ ਕਾਰ ਕਰੇਗਾ ਮਨ। ਸੱਚ ਦਾ ਰਸ ਮਿਲੇਗਾ। ਗੁਰੂ ਦੀ ਸੋਚ, ਉਹਨੂੰ ਕਹਿੰਦੇ ਨੇ ਗੁਰਮਤਿ। ਗੁਰਮਤਿ ਪੱਲੇ ਪਾਏ, ਗੁਰੂ ਦੀ ਸੋਚ ਹਿਰਦੇ ਰੂਪੀ ਪੱਲੇ 'ਚ ਪਵੇਗੀ, ਸੋਚ ਰੂਪੀ ਪੱਲੇ 'ਚ ਪਵੇਗੀ। ਉਹ ਗੁਰਮਤਿ ਦੀ ਸੋਚ ਜਿਹੜੀ ਹੈ ਨਾ, ਗੁਰੂ ਦੀ ਸੋਚ ਜਿਹਨੂੰ ਗੁਰਮਤਿ ਕਹਿੰਦੇ ਆ, ਇਹ ਗਿਆਨ ਰੂਪੀ ਨਾਮ 'ਚੋਂ ਹੀ ਸਮਝ ਆਏਗੀ। ਜਿਸ ਨੂੰ ਮਿਲ ਗਈ ਨਾ, ਜੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ। ਅੰਦਰੋਂ ਗੁਣ ਨਹੀਂ ਮਰਦੇ, ਪਰ ਵਿਕਾਰਾਂ ਦੇ ਰਸਾਂ ਵਿੱਚ ਮਨ ਦੀ ਭਟਕਣਾ ਵਾਲੇ ਪਾਸੇ, ਭਟਕਣਾ ਦੇ ਰਸਤੇ ਤੇ ਮਨ ਨਹੀਂ ਜਾਂਦਾ। ਇਹ ਦੁਬਿਧਾ ਵਿੱਚ ਡੋਲਦਾ ਨਹੀਂ। ਨਾਨਕ ਦਰ ਪ੍ਰਧਾਨ ਸੋ, ਦਰਗਾਹ ਪੈਂਦਾ ਜਾਏ। ਇਹ ਨਾਨਕ ਜੀ, ਰੱਬ ਦੀਆਂ ਨਜ਼ਰਾਂ 'ਚ, ਗੁਰੂ ਦੀਆਂ ਨਜ਼ਰਾਂ 'ਚ ਪ੍ਰਧਾਨ ਹੁੰਦਾ, ਉਹ ਆਈਡੀਅਲ ਪਿਆਰਾ ਗੁਰਸਿੱਖ ਬਣ ਜਾਂਦਾ ਹੈ।
ਦਰਗਾਹ ਦੇ ਵਿੱਚ ਉਹਨੂੰ ਬਖਸ਼ਿਸ਼ ਦਾ ਸਰੋਪਾ ਮਿਲਦਾ ਹੈ, ਸੋ ਦਰਗਾਹ ਮਿਲ ਪੈਂਦਾ ਜਾਏ। ਜਿਹਨੂੰ ਰੱਬ ਬਖਸ਼ਿਸ਼ ਦਿੰਦਾ ਹੈ ਨਾ, ਗੁਰੂ ਬਖਸ਼ਿਸ਼ ਦਿੰਦੇ ਨੇ, ਉਹਨੂੰ ਘਾਟਾ ਨਹੀਂ ਪੈ ਸਕਦਾ। ਅਗਲਾ 15ਵਾਂ ਸ਼ਬਦ ਸ੍ਰੀ ਰਾਗ ਮਹੱਲ ਪਹਿਲਾ। ਆਪਾਂ ਪਿਛਲੇ ਐਪੀਸੋਡ ਵਿੱਚ ਵਿਚਾਰਿਆ ਸੀ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਤਿੰਨ ਥਾਵਾਂ ਤੇ ਮਹੱਲ ਸ਼ਬਦ ਆਇਆ। ਪਿੱਛੇ 16 ਅੰਗ ਦੇ ਉੱਪਰ 6ਵਾਂ ਸ਼ਬਦ ਸ੍ਰੀ ਰਾਗ ਦਾ, 18 ਅੰਕ ਦੇ ਉੱਪਰ 12ਵਾਂ ਸ਼ਬਦ, ਹੁਣ ਇੱਥੇ 19 ਅੰਕ ਦੇ ਉੱਪਰ 15ਵਾਂ ਸ਼ਬਦ। ਇੱਥੇ ਵੀ ਮਹੱਲ ਸ਼ਬਦ ਸ੍ਰੀ ਰਾਗ ਮਹੱਲ ਪਹਿਲਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ। ਦੂਜੇ ਪਾਸੇ ਤੁਰ ਕੇ ਜਿਹੜਾ ਜਲ ਹੈ, ਤਨ ਹੈ ਨਾ, ਸਰੀਰ 5 ਤੱਤਾਂ ਦਾ ਬਣਿਆ ਹੋਇਆ, ਇਹਦੇ ਅੰਦਰੋਂ ਜਿਹੜਾ ਸੁਭਾਅ ਹੈ ਨਾ, ਫਿਰ ਸੜਨ ਬਲਣ ਲੱਗ ਜਾਂਦਾ ਹੈ। ਜੋ ਬਚਪਨ ਵਿੱਚ ਸੀ, ਟੀਨੇਜ ਵਿੱਚ ਆਦਤਾਂ, ਸ਼ਰਾਰਤੀ ਆਦਤਾਂ ਬਣ ਗਈਆਂ। ਬਚਪਨ ਵਾਲੀ ਉਹ ਗੱਲ ਨਾ ਰਹੀ, ਟੀਨੇਜ ਦੇ ਵਿੱਚ ਸ਼ਰਾਰਤੀ ਬਣ ਗਿਆ। ਜਵਾਨੀ ਦੇ ਵਿੱਚ ਲੋਭੀ ਬਣ ਗਿਆ, ਹੰਕਾਰੀ ਬਣ ਗਿਆ। ਵਡੇਪੇ ਦੇ ਵਿੱਚ ਪਛਤਾਵਿਆਂ ਦੇ ਵਿੱਚ ਅੰਦਰੋਂ ਸੜ ਗਿਆ। ਜਿਵੇਂ ਲੋਹਾ ਜ਼ਰ ਲੱਗੀ ਮਨੂਰ ਬਣ ਜਾਂਦਾ ਹੈ ਨਾ, ਇਸੇ ਤਰ੍ਹਾਂ ਮਨ ਇਹ ਜੀਵਨ ਕਿਸੇ ਕੰਮ ਨਾ ਰਿਹਾ। ਔਗਣ ਫਿਰ ਲਾਗੂ ਭਏ ਕੂਰ, ਬਜਾਵੈ ਤੂਰ। ਅੰਦਰ ਔਗਣਾਂ ਦਾ ਬੋਲਬਾਲਾ ਹੋ ਗਿਆ। ਨਿੰਦਾ ਚੁਗਲੀ ਦਾ ਰਸ ਇੰਨਾ ਇਹਦੇ ਤੋਂ ਤੀਵਰ ਹੈ, ਛੱਡੇ ਨਹੀਂ ਜਾ ਰਿਹਾ। ਨਫ਼ਰਤ ਕਰਨ ਦੀ ਆਦਤ ਇੰਨੀ ਵੱਧ ਗਈ, ਇੰਨੀ ਵੱਧ ਗਈ, ਨਫ਼ਰਤ ਨੂੰ ਹੀ ਸਭ ਕੁਝ ਮੰਨੀ ਬੈਠਾ। ਲੋਭ ਲਾਲਚ ਵਿੱਚ ਇਤਨਾ ਉਲਝ ਗਿਆ, ਇਤਨਾ ਉਲਝ ਗਿਆ, ਗਲਤ ਢੰਗ ਦੇ ਨਾਲ ਪੈਸੇ ਕਮਾਉਣੇ ਹੀ ਜ਼ਿੰਦਗੀ ਦੀਆਂ ਤਰੱਕੀਆਂ ਸਮਝੀ ਬੈਠਾ ਹੈ। ਅੰਦਰ ਝੂਠ ਦਾ ਬਾਜਾ ਵੱਜ ਰਿਹਾ, ਕੂਰ ਬਜਾਵੇ ਤੂਰ। ਝੂਠ ਦਾ ਸਹਾਰਾ ਲੈ ਕੇ ਜੀਵਨ ਜਿਉ ਰਿਹਾ। ਬਿਨ ਸ਼ਬਦ ਹੈ ਭਰਮਾਈ ਹੈ, ਦੁਬਿਧਾ ਡੋਬੇ ਪੂਰ। ਇੱਥੇ ਸ਼ਬਦ ਦੇ ਅਰਥ ਹੈ ਉਪਦੇਸ਼। ਗਿਆਨ ਰੂਪੀ ਨਾਮ ਨੂੰ ਸਮਝਿਆ ਨਹੀਂ, ਗਿਆਨ ਰੂਪੀ ਨਾਮ ਨੂੰ ਮੰਨਿਆ ਨਹੀਂ, ਭਰਮ ਗਿਆ, ਭਟਕ ਗਿਆ, ਦੁਬਿਧਾ ਵਿੱਚ ਫਸਿਆ ਹੋਇਆ। ਨਾਲ ਤਾਂ ਉਧਰਲੀਆਂ ਪ੍ਰਾਪਤੀਆਂ ਕਰਨੀਆਂ ਚਾਹੁੰਦਾ ਹੈ, ਨਾਲੇ ਗੁਰੂ ਦੀ ਬਖਸ਼ਿਸ਼ ਲੈਣੀ ਚਾਹੁੰਦਾ ਹੈ। ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤੇ ਨੇ, ਗਿਆਨ ਰੂਪੀ ਨਾਮ ਦਿੱਤਾ ਹੈ, ਉਹਨੂੰ ਮੰਨਣਾ ਨਹੀਂ ਚਾਹੁੰਦਾ। ਕਹਿੰਦਾ ਗੁਰੂ ਕਲਗੀਧਰ ਸਾਹਿਬ ਜੀ ਮੈਨੂੰ ਬਖਸ਼ਿਸ਼ ਦੇ ਦੇਣ, ਸਿੱਖੀ ਸਰੂਪ ਇਹਨੂੰ ਚੰਗਾ ਨਹੀਂ ਲੱਗਦਾ। ਕਹਿੰਦਾ ਮੈਂ ਪਾਠ ਕਰਾਂ ਤੇ ਮੇਰੇ ਤੇ ਬਖਸ਼ਿਸ਼ ਹੋ ਜਾਵੇ, ਪਰ ਜੋ ਪਾਠ ਵਿੱਚ ਕਿਹਾ ਗਿਆ, ਗੁਰੂ ਸਾਹਿਬ ਨੇ ਕਿਹਾ ਕਿ ਉਹਨੂੰ ਸਮਝਣਾ ਨਹੀਂ ਚਾਹੁੰਦਾ, ਉਹਨੂੰ ਮੰਨਣਾ ਨਹੀਂ ਚਾਹੁੰਦਾ। ਦੁਬਿਧਾ ਫਸਿਆ ਹੋਇਆ, ਡੁਬਕੀਆਂ ਮਾਰ ਰਿਹਾ, ਨਾ ਉਧਰ ਦਾ ਨਾ ਉਧਰ ਦਾ। ਮਨ ਰੇ ਸ਼ਬਦ ਤਰਹੁ ਚਿਤ ਲਾਏ। ਸ਼ਬਦ ਉਪਦੇਸ਼ ਗਿਆਨ ਰੂਪੀ ਨਾਮ, ਇਹਨੂੰ ਸਮਝ, ਜ਼ਿੰਦਗੀ 'ਚ ਜਿਉਂ, ਚਿਤ ਲਾਏ, ਯਾਦ ਰੱਖ। ਚਿਤ ਹੁੰਦਾ ਚੇਤਾ ਸ਼ਕਤੀ, ਇੱਧਰ ਜੋੜ ਕੇ ਰੱਖ ਮੇਰੇ ਗੁਰੂ ਨੇ ਕੀ ਕੀਤਾ। ਇੱਥੇ ਬੇਨਤੀ ਕਰਾਂ, ਇਹ ਨੌਜਵਾਨ ਵੀਰੋ, ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੇ ਸਿੱਖ ਵੀਰੋ, ਸਿੱਖਾਂ ਦੇ ਘਰਾਂ ਵਿੱਚ ਜਨਮ ਲੈਣ ਵਾਲੀ ਸਿੱਖ ਧੀਓ, ਸਿੱਖ ਭੈਣੋ, ਜਦੋਂ ਤੁਸੀਂ ਕੇਸਾਂ ਦੀ ਬੇਅਦਬੀ ਕਰਦੇ ਹੋ, ਤੁਹਾਨੂੰ ਗੁਰੂ ਕਲਗੀਧਰ ਸਾਹਿਬ ਜੀ ਦੀ ਕੋਈ ਯਾਦ ਨਹੀਂ ਆ ਰਹੀ। ਛੋਟੇ ਸਾਹਿਬਜ਼ਾਦੇ, ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਡੁੱਲਿਆ ਹੋਇਆ ਖੂਨ ਬਿਲਕੁਲ ਚੇਤੇ ਨਹੀਂ ਆ ਰਿਹਾ। ਉਹ ਬਾਹਰ ਨਿਕਲਣਗੀਆਂ ਜੇ ਯਾਦ ਕਰੋਗੇ। ਚਿੱਤ ਲਾ ਕੇ ਤਾਂ ਦੇਖੋ। ਮਾਪਿਆਂ ਨੇ ਤੁਹਾਨੂੰ ਗੁਰ ਇਤਿਹਾਸ ਨਹੀਂ ਪੜ੍ਹਾਇਆ? ਕੀ ਤੁਸੀਂ ਖੁਦ ਗੁਰ ਇਤਿਹਾਸ ਨਹੀਂ ਪੜ੍ਹਿਆ? ਕੀ ਤੁਸੀਂ ਸਰਹੰਦ ਦੀ ਦੀਵਾਰ, ਚਮਕੌਰ ਦੀ ਗੜੀ ਜਾ ਕੇ ਮਹਿਸੂਸ ਨਹੀਂ ਕੀਤਾ ਇੱਥੇ ਮੇਰੇ ਗੁਰੂ ਦੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਸੀ? ਕੀ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ? ਗੁਰੂ ਸਾਹਿਬ ਕੀ ਕਹਿ ਰਹੇ ਨੇ? ਇਹ ਮਨ ਜਿਹੜਾ ਡੁੱਬਦਾ ਹੈ ਨਾ ਉਹਨਾਂ ਆਦਤਾਂ ਵਿੱਚ, ਸਿੱਖੀ ਸਰੂਪ ਦੀ ਬੇਅਦਬੀ ਕਰਦਾ ਹੈ, ਕਦੀ ਗੁਰਮਤਿ ਤੋਂ ਲਾਂਭੇ ਜਾਂਦਾ ਹੈ, ਕਰਮਕਾਂਡ ਵਹਿਮ ਭਰਮਾਂ ਵਿੱਚ ਫਸਦਾ ਹੈ, ਕਦੀ ਨਿੰਦਾ ਚੁਗਲੀ ਨਫ਼ਰਤ ਵਿੱਚ ਫਸਦਾ ਹੈ। ਇਹ ਮਨ ਮੈਨੇਜ ਹੋਣਾ ਸ਼ੁਰੂ ਹੋ ਜਾਏਗਾ। ਗਿਆਨ ਰੂਪੀ ਨਾਮ ਨੇ ਬਖਸ਼ਿਸ਼ ਕਰਨੀ ਹੈ। ਜਿਨ ਗੁਰਮੁਖ ਨਾਮ ਨਾ ਬੁਝਿਆ, ਮਰ ਜਨਮੈ ਆਵੈ ਜਾਏ ਰਹਾਓ। ਜਿਨ੍ਹਾਂ ਨੇ ਗੁਰੂ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਉਪਦੇਸ਼ ਗਿਆਨ ਰੂਪੀ ਨਾਮ ਨੂੰ ਸਮਝਿਆ ਨਹੀਂ, ਸਿੱਖਿਆ ਨਹੀਂ, ਉਹ ਅੰਦਰਲੇ ਗੁਣਾਂ ਵਿਕਾਰਾਂ ਦੇ ਜਨਮ ਮਰਨ ਦੇ ਵਿੱਚ, ਭਟਕਣਾ ਦੇ ਵਿੱਚ ਆਉਂਦੇ ਜਾਂਦੇ ਜੀਵਨ ਬਤੀਤ ਕਰ ਰਹੇ ਨੇ। ਤਨ ਸੂਚਾ ਸੋ ਆਖੀਐ, ਜਿਸ ਮੈਂ ਸਾਚਾ ਨਾਉ। ਸੁੱਚਾ ਸਰੀਰ ਉਹ ਹੈ ਜਿਸ ਵਿੱਚ ਗਿਆਨ ਰੂਪੀ ਨਾਮ ਅਨੁਸਾਰ ਸੁਭਾਅ ਹੈ, ਗਿਆਨ ਰੂਪੀ ਨਾਮ ਅਨੁਸਾਰ ਸੋਚ ਹੈ, ਤੇ ਗਿਆਨ ਰੂਪੀ ਨਾਮ ਨੂੰ ਪ੍ਰੈਕਟੀਕਲ ਜਿਉਂਦੇ ਨੇ। ਤੇ ਇਹ
ਬਾਬੇ ਨਾਨਕ ਦੇ ਮਿਸ਼ਨ ਤੇ, ਪਰਉਪਕਾਰੀ ਮਿਸ਼ਨ ਤੇ ਤੁਰਨ ਦਾ ਇੱਕ ਰਸ ਬਣਦਾ ਹੈ। ਭੈ ਸੱਚ ਰਾਤੀ ਦੇਹੋਰੀ, ਜਿਹਵਾ ਸੱਚ ਸੁਆਓ। ਫਿਰ ਰੱਬ ਦੇ ਭੈ ਵਿੱਚ ਤੁਰਨਾ, ਗੁਰੂ ਦੇ ਭੈ ਵਿੱਚ ਤੁਰਨਾ ਇੱਕ ਸੱਚ ਦਾ ਰਸ ਹੈ। ਇਹਦੇ ਵਿੱਚ, ਇਸ ਪਿਆਰ ਵਿੱਚ ਰੰਗਿਆ ਜਾਂਦਾ ਹੈ ਜੀਵਨ। ਤੇ ਜ਼ੁਬਾਨ ਤੇ ਫਿਰ ਸੱਚ ਦੇ ਰਸ ਦੀਆਂ ਵਿਚਾਰਾਂ ਆ ਜਾਂਦੀਆਂ, ਬੜਾ ਸਵਾਦ ਆਉਂਦਾ ਹੈ। ਗੁਰੂ ਦੀਆਂ ਗੱਲਾਂ ਕਰਨਾ, ਗੁਰੂ ਵਿਰਸੇ ਦੀਆਂ ਗੱਲਾਂ ਕਰਨਾ, ਬੜਾ ਆਨੰਦ ਆਉਂਦਾ ਹੈ। ਇਹਦਾ ਅਸਰ ਬੱਚਿਆਂ ਤੇ ਬੜਾ ਕਮਾਲ ਦਾ ਪੈਂਦਾ ਹੈ। ਫਿਰ ਸਮਝ ਆਉਂਦੀ ਹੈ ਰੱਬ ਦਾ ਇਹ ਜਿਹੜਾ ਕ੍ਰਿਸ਼ਮਾ ਹੈ ਨਾ, ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਹਿਲਾਂ ਜਲ, ਜਲ ਦੇ ਵਿੱਚ ਫਿਰ ਇਸ ਤੋਂ ਸਾਰਾ ਤਿਰਭਵਨ ਪੈਦਾ ਹੋ ਗਿਆ, ਉਹਦੇ 'ਚ ਜੋਤ ਰੱਖ ਦਿੱਤੀ। ਇਹਨੂੰ ਇੱਦਾਂ ਵੀ ਸਮਝ ਸਕਦੇ, ਜਦੋਂ ਸਾਡਾ ਜਨਮ ਹੁੰਦਾ ਹੈ ਨਾ ਮਾਤਾ ਦੇ ਗਰਭ ਵਿੱਚ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਗੁਰੂ ਗ੍ਰੰਥ ਸਾਹਿਬ ਅੰਦਰ ਦੱਸਿਆ। ਪਿਤਾ ਦਾ ਬਿੰਦ, ਮਾਂ ਦਾ ਰਕਤ ਪਾਣੀ ਦੇ ਰੂਪ ਵਿੱਚ ਹੈ। ਉਹਦੇ 'ਚ ਜੋਤ ਰੱਖਦੇ ਨੇ, ਸਰੀਰ ਬਣਨਾ ਸ਼ੁਰੂ ਹੋ ਜਾਂਦਾ। ਉਹ ਜਿਹੜੀ ਅੰਦਰ ਜੋਤ ਹੈ ਨਾ ਵਾਹਿਗੁਰੂ ਜੀ ਦੀ, ਨਿਰਮਲ ਮੈਲਾ ਨਾ ਥੀ ਹੈ, ਸ਼ਬਦ ਰਤੇ ਪਤ ਹੋਏ। ਉਹ ਨਿਰਮਲ ਹੈ, ਉਹ ਮੈਲੀ ਨਹੀਂ ਹੁੰਦੀ। ਸਾਡਾ ਸੁਭਾਅ ਮੈਲਾ ਹੋ ਜਾਂਦਾ ਹੈ, ਸਾਡੀ ਸੋਚ ਮੈਲੀ ਹੋ ਜਾਂਦੀ ਹੈ, ਸਾਡੀ ਵਿਚਾਰਧਾਰਾ ਮੈਲੀ ਹੋ ਸਕਦੀ ਹੈ, ਸਾਡੀ ਨੀਅਤ ਮੈਲੀ ਹੋ ਸਕਦੀ ਹੈ, ਸਾਡੀਆਂ ਭਾਵਨਾਵਾਂ ਮੈਲੀਆਂ ਹੋ ਸਕਦੀਆਂ ਨੇ। ਰੱਬ ਦੀ ਜੋਤ ਮੈਲੀ ਨਹੀਂ ਹੁੰਦੀ, ਨੀਰ ਮੈਲੀ ਨਹੀਂ, ਆਤਮਾ ਮੈਲੀ ਨਹੀਂ ਹੁੰਦੀ। ਤੇ ਜੇ ਗੁਰੂ ਦੇ ਉਪਦੇਸ਼ ਵਿੱਚ ਰੰਗਿਆ ਜਾਵੇ ਸ਼ਬਦ ਰਤੇ, ਮੈਂ ਵਾਰ-ਵਾਰ ਬੇਨਤੀ ਕਰਾਂਗਾ ਗੁਰਸਿੱਖੋ, ਗਿਆਨ ਰੂਪੀ ਨਾਮ ਨੂੰ, ਉਪਦੇਸ਼ ਨੂੰ ਸਮਝਣਾ। ਇਹਦੇ ਪਿਆਰ ਵਿੱਚ ਰੰਗੇ ਗਏ ਨਾ, ਫਿਰ ਵਾਹਿਗੁਰੂ ਜੀ ਦੇ ਵੱਲੋਂ ਬਖਸ਼ਿਸ਼ ਮਿਲਦੀ ਹੈ, ਪਤ ਮਿਲਦੀ ਹੈ, ਸਤਿਕਾਰ ਮਿਲਦਾ ਹੈ। ਇਹ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੇ। ਇਸ ਰਸ ਵਿੱਚ ਇੱਕ ਸਬਰ ਸੰਤੋਖ ਆਉਂਦਾ ਹੈ, ਲੋਭ ਲਾਲਚ ਤੋਂ ਬਚ ਜਾਂਦਾ, ਕੋਈ ਗੱਲ ਨਹੀਂ। ਜਿੰਨਾ ਕੁ ਦੇ ਦਿੱਤਾ ਵਾਹਿਗੁਰੂ ਜੀ ਦਾ ਸ਼ੁਕਰ, ਸ਼ੁਕਰ ਹੈ, ਸ਼ੁਕਰ ਹੈ। ਉਸੇ ਨੂੰ ਬਹੁਤ ਹੈ, ਬਹੁਤ ਹੈ, ਬਹੁਤ ਹੈ। ਇਸ ਦਾ ਅਹਿਸਾਸ ਵਿੱਚ ਜਿਉਣਾ। ਲੋਭ ਲਾਲਚ ਦੇ ਵਿੱਚ ਪਰਿਵਾਰ ਵਿੱਚ ਬੈਠਣਾ ਭੁੱਲ ਜਾਣਾ, ਬੱਚਿਆਂ ਨਾਲ ਬੈਠਣਾ ਭੁੱਲ ਜਾਣਾ, ਘਰ ਵਿੱਚ ਸਿੱਖੀ ਵੰਡਣੀ ਭੁੱਲ ਜਾਣੀ, ਘਰ ਵਿੱਚ ਨਰਕ ਬਣਾ ਲੈਣਾ ਕੋਈ ਜ਼ਿੰਦਗੀ ਹੈ। ਸਬਰ ਸੰਤੋਖ ਵਿੱਚ ਜਿਉਣਾ, ਬਾਬੇ ਨਾਨਕ ਦੇ ਰੱਬੀ ਮਿਸ਼ਨ ਤੇ ਪਰਉਪਕਾਰ ਵਿੱਚ ਜਿਉਣਾ, ਗੁਰੂ ਦੇ ਗਿਆਨ ਰੂਪੀ ਨਾਮ ਨੂੰ ਸਮਝਣਾ, ਪ੍ਰੈਕਟੀਕਲ ਜਿਉਣਾ, ਇਸ ਦਾ ਬੜਾ ਆਨੰਦ ਹੈ। ਪੰਜ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਹੇ। ਪੰਜ ਤੱਤਾਂ ਦਾ ਸਰੀਰ, ਪੰਜ ਭੂਤ, ਮਿੱਟੀ, ਪਾਣੀ, ਅਗਨੀ, ਹਵਾ, ਸਪੇਸ, ਇਹ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ। ਇਹਦੇ ਵਿੱਚ ਰੱਬ ਦੀ ਜੋਤ ਹੈ। ਬਾਹਰ ਵੀ ਪੰਜ ਤੱਤਾਂ ਦਾ ਬਣਿਆ ਯੂਨੀਵਰਸ ਹੈ, ਹਰ ਥਾਂ ਤੇ ਰੱਬ ਦੀ ਜੋਤ ਹੈ, ਬਖਸ਼ਿਸ਼ਾਂ ਦੇ ਰੂਪ ਵਿੱਚ, ਸ਼ਕਤੀਆਂ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ। ਉਸ ਜੋਤ ਨੂੰ ਮਹਿਸੂਸ ਕਰਨਾ, ਉਹਦੀ ਐਗਜ਼ਿਸਟੈਂਸ ਨੂੰ ਫੀਲ ਕਰਨਾ, ਉਹਦੀ ਜੋਤ ਦੇ ਪਿਆਰ ਦੇ ਰਸ ਵਿੱਚ, ਸ਼ੁਕਰਾਨੇ ਦੇ ਰਸ ਵਿੱਚ, ਭੈ ਦੇ ਰਸ ਵਿੱਚ ਜਿਉਣਾ। ਜਦੋਂ ਮਨ ਇਸ ਵਿੱਚ ਸਮਾ ਜਾਏਗਾ ਨਾ, ਨਾਨਕ ਔਗਣ ਵੀਸਰੇ, ਗੁਰ ਰਾਖੇ ਪਤ ਤਾਂ ਹੈ। ਫਿਰ ਗੁਰੂ ਸਾਹਿਬ ਪਤ ਰੱਖਦੇ ਨੇ, ਔਗਣਾਂ ਵਾਲਾ ਪਾਸਾ ਚੰਗਾ। ਨਿੰਦਾ ਕਰਨੀ, ਨਫ਼ਰਤ ਕਰਨੀ, ਇੱਕ ਦੂਸਰੇ ਦਾ ਵਿਰੋਧ ਕਰਨਾ, ਨਫ਼ਰਤ ਵਿੱਚ ਆ ਕੇ ਕਿਸੇ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਦਾ ਫਿਊਚਰ ਤਬਾਹ ਕਰਨ ਦੇ ਫੈਸਲੇ ਲੈ ਲੈਣੇ, ਕਿਸੇ ਦਾ ਪਰਿਵਾਰ ਰੋਲਣ ਦੇ ਫੈਸਲੇ ਲੈ ਲੈਣੇ, ਕਿਸੇ ਦੇ ਪੁੱਤ ਦਾ ਫਿਊਚਰ ਤਬਾਹ ਕਰਨ ਦੇ ਫੈਸਲੇ ਲੈ ਲੈਣੇ। ਐਸੀ ਫਿਰ ਸੋਚ ਅੰਦਰ ਨਹੀਂ ਆਉਂਦੀ, ਇਹ ਔਗਣ ਅੰਦਰੋਂ ਵਿਸਰ ਜਾਂਦੇ ਨੇ। ਫਿਰ ਅੰਦਰ ਗੁਰੂ ਸਾਹਿਬ ਰੱਖਿਆ ਕਰਦੇ ਨੇ, ਫਿਰ ਗੁਰਮਤਿ ਦੀ ਸੋਝੀ ਆਉਂਦੀ ਹੈ। ਸ਼ੁਕਰ ਵਾਹਿਗੁਰੂ ਜੀ, ਗੁਰੂ ਸਾਹਿਬ ਜੀ ਦੇ ਗਿਆਨ ਰੂਪੀ ਨਾਮ ਨੂੰ, ਅਰਥਾਂ ਨੂੰ ਸਮਝੀਏ, ਜ਼ਿੰਦਗੀ ਵਿੱਚ ਜਿਉਈਏ, ਗੁਰੂ ਬਖਸ਼ਿਸ਼ ਦੇ ਪਾਤਰ ਬਣੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ।